ਹੈਲੋ ਸਟੂਡੈਂਟਸ, ਅੱਜ ਆਪਾਂ ਬਿਜ਼ਨਸ ਸਟੱਡੀ ਕਰਾਂਗੇ। ਠੀਕ ਹੈ, ਜਿੱਦਾਂ ਇਕਨੋਮਿਕਸ ਦਾ ਕੀਤਾ ਸੀਗਾ ਉੱਦਾਂ ਹੀ ਹੁਣ ਆਪਾਂ ਬਿਜ਼ਨਸ ਸਟੱਡੀ ਕਰਨ ਲੱਗੇ ਹਾਂ। ਚੈਪਟਰ ਹੈ ਬੈਂਕਿੰਗ, +1 ਕਲਾਸ ਹੈ। ਬੈਂਕਿੰਗ ਦੇ ਵਿੱਚ ਹੁਣ ਆਪਾਂ ਨਾਰਮਲੀ ਦੇਖਦੇ ਹਾਂ ਬੈਂਕ ਵਰਡ, ਆਪਾਂ ਨੂੰ ਸਭ ਨੂੰ ਪਤਾ ਬੈਂਕ ਕੀ ਹੁੰਦਾ ਵਾ, ਜਿਹਦੇ ਵਿੱਚ ਆਪਾਂ ਆਪਣੀ ਮਨੀ ਵਗੈਰਾ ਡਿਪੋਜ਼ਿਟ ਕਰਵਾ ਦਿੰਦੇ ਹਾਂ। ਠੀਕ ਹੈ, ਸੇਵ ਵੀ ਦਿੰਦੀ ਹੈ। ਹੁਣ ਆਪਾਂ ਉਹਦੇ ਬਾਰੇ ਪ੍ਰੋਪਰ ਪੜ੍ਹਾਂਗੇ ਕੀ ਹੁੰਦੀ ਹੈ ਬੈਂਕਿੰਗ। ਕੀ ਹੈ ਬੈਂਕਿੰਗ ਇਜ਼ ਪਰਹੈਪਸ ਐਜ਼ ਓਲਡ ਐਜ਼ ਦਾ ਬਿਜ਼ਨਸ ਆਫ ਆਲ ਏਡਸ ਟੂ ਟ੍ਰੇਡ ਐਂਡ ਕਮਰਸ। ਮਤਲਬ ਇਹਦੇ ਵਿੱਚ ਆਪਣੀ ਮੋਸਟ ਇੰਪੋਰਟੈਂਟ ਸੀ, ਜਿੱਦਾਂ ਕਹਿੰਦੇ ਬੈਂਕਿੰਗ ਆਪਣੀ ਬਿਜ਼ਨਸ ਦੇ ਅਕੋਰਡਿੰਗ ਇਹ ਵੀ ਬਹੁਤ ਜ਼ਿਆਦਾ ਪੁਰਾਣੀ ਹੈ। ਜਿਵੇਂ ਬਿਜ਼ਨਸ ਬਹੁਤ ਪੁਰਾਣੀ ਹੈ ਉਵੇਂ ਬੈਂਕਿੰਗ ਵੀ ਹੈ। ਟ੍ਰੇਡ ਹੁੰਦਾ ਬਿਜ਼ਨਸ, ਠੀਕ ਹੈ, ਉਹਦੇ ਵਿੱਚ ਆਪਾਂ ਨੂੰ ਹੈਲਪ ਮਿਲਦੀ ਹੈ। ਬਹੁਤ ਇੰਪੋਰਟੈਂਟ ਪਾਰਟ ਮੰਨਿਆ ਜਾਂਦਾ ਬੈਂਕ ਦਾ, ਬਿਕੋਜ਼ ਦੇ ਰਿਮੂਵ ਦਾ ਹਿੰਡਰੈਂਸ ਆਫ ਫਿਨਾਂਸ। ਹਿੰਡਰੈਂਸ ਹੁੰਦਾ ਜੋ ਵੀ ਰੁਕਾਵਟ, ਫਿਨਾਂਸ ਮਤਲਬ ਪੈਸੇ ਦੀ ਜੋ ਕਮੀ ਆ ਰਹੀ ਹੁੰਦੀ ਹੈ ਉਹਨੂੰ ਇਹ ਕੀ ਕਰਦੀ ਹੈ, ਦੂਰ ਕਰਦੀ ਹੈ। ਬਿਲਕੁਲ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਪਾਂ ਨੂੰ ਰਹਿੰਦੀ ਗੀ। ਦੇਅਰ ਆਰ ਬੀਨ ਰਿਮਾਰਕੇਬਲ ਗਰੋਥ ਇਨ ਦਾ ਬੈਂਕਿੰਗ ਇੰਡਸਟਰੀ ਇਨ ਦਾ ਰੀਸੈਂਟ ਪਾਸਟ। ਜਿਹੜੀ ਹੁਣ ਪਿਛਲੇ ਆਪਾਂ ਪਾਸਟ ਦੇ ਵਿੱਚ ਆਪਾਂ ਕਹੀਏ ਕਿ ਇਹਦੀ ਹੁਣ ਬੈਂਕਿੰਗ ਇੰਡਸਟਰੀ ਦੀ ਬਹੁਤ ਗਰੋਥ ਹੋ ਰਹੀ ਹੈ। ਪਹਿਲਾਂ ਲੋਕ ਕੀ ਕਰਦੇ ਹੁੰਦੇ ਸੀਗੇ ਕਿ ਉਹਨਾਂ ਨੂੰ ਬੈਂਕ ਵਰਡ ਨਹੀਂ ਪਤਾ ਸੀਗਾ, ਬੈਂਕ ਦੇ ਵਿੱਚ ਪੈਸਾ ਨਹੀਂ ਜਮ੍ਹਾਂ ਕਰਵਾਉਂਦੇ ਸੀਗੇ। ਠੀਕ ਹੈ, ਤਾਂ ਹੁਣ ਕੀ ਹੈ, ਹੁਣ ਕਾਫੀ ਗਰੋਥ ਹੋ ਰਹੀ ਹੈ ਬੈਂਕ ਦੀ। ਹੁਣ ਹਰ ਇੱਕ ਨੂੰ ਪਤਾ ਲੱਗ ਰਿਹਾ ਕਿ ਆਪਾਂ ਬੈਂਕ ਦੇ ਵਿੱਚ ਅਗਰ ਪੈਸਾ ਜਮ੍ਹਾਂ ਕਰਵਾਵਾਂਗੇ ਤਾਂ ਉਹਦੇ ਉੱਪਰ ਆਪਣੀ ਮਨੀ ਦੇ ਪਲੱਸ ਸੇਵ ਰਹਿੰਦੀ ਹੋਈ ਹੈ, ਨਾਲ ਉਹਦੇ ਉੱਪਰ ਆਪਾਂ ਨੂੰ ਇੰਟਰਸਟ ਵੀ ਮਿਲੂਗਾ। ਤਾਂ ਹੁਣ ਆਪਾਂ ਮੀਨਿੰਗ ਹੈ ਬੈਂਕ ਦਾ ਕੀ ਹੈ, ਬੈਂਕ ਇਜ਼ ਐਨ ਇੰਸਟੀਟਿਊਸ਼ਨ, ਇੱਕ ਐਵੇਂ ਦੀ ਸੰਸਥਾ ਵਾ ਜਿਹੜੀ ਡੀਲ ਕਿਹਦੇ ਵਿੱਚ ਕਰਦੀ ਹੈ, ਮਨੀ ਦੇ ਵਿੱਚ, ਪੈਸੇ ਦੇ ਨਾਲ ਕਰਦੀ ਹੈ ਡੀਲ। ਐਂਡ ਕ੍ਰੈਡਿਟ ਮਤਲਬ ਪੈਸੇ ਦੇ ਨਾਲ ਤਾਂ ਕਰਦੀ ਆ। ਅਗਰ ਆਪਾਂ ਨੂੰ ਮੰਨ ਲਓ ਕੋਈ ਉਧਾਰ ਲੋਨ ਵਗੈਰਾ ਦੀ ਲੋੜ ਹੈ, ਠੀਕ ਹੈ, ਪੈਸੇ ਦੀ ਲੋੜ ਹੈ ਅਤੇ ਆਪਾਂ ਨੂੰ ਲੋਨ ਪ੍ਰੋਵਾਈਡ ਕਰਦੀ ਹੈ ਉਧਾਰ ਦੇ ਉੱਪਰ। ਕ੍ਰੈਡਿਟ ਮੀਨਸ ਉਧਾਰ ਦੇ ਉੱਪਰ ਚੀਜ਼ਾਂ ਪ੍ਰੋਵਾਈਡ ਕਰਦੀ ਹੈ। ਦ ਟਰਮ ਬੈਂਕ ਇਜ਼ ਡਿਰਾਈਵ ਫਰੋਮ ਲੇਟਿਨ ਵਰਡਸ, ਕਿ ਬੈਂਕ ਲੇਟਿਨ ਵਰਡਸ ਤੋਂ ਡਰਾਈਵ ਹੋਇਆ ਵਾ ਕਿ ਬੈਂਕੋ, ਜਿਹਦੇ ਵਿੱਚ ਕੀ ਹੈ ਬੈਂਚ ਹੈ ਇਹ, ਵਿਚ ਮੀਨਸ ਦਾ ਬੈਂਚ ਔਰ ਟੇਬਲ, ਜਿਹਦਾ ਮੀਨਿੰਗ ਕੀ ਸੀਗਾ ਪਹਿਲਾਂ ਬੈਂਚ ਔਰ ਟੇਬਲ। ਇਹਦੇ ਤੋਂ ਆਪਣਾ ਵਰਡ ਕੀ ਡਰਾਈਵ ਹੋਇਆ ਵਾ, ਬੈਂਕ। ਕਿਉਂਕਿ ਪਹਿਲਾਂ ਲੋਕ ਕੀ ਕਰਦੇ ਸੀ, ਇੱਕ ਟੇਬਲ ਦੇ ਉੱਪਰ, ਠੀਕ ਹੈ, ਆਪਣਾ ਉਹਦੇ ਉੱਪਰ ਲਿਖ ਲੈਂਦੇ ਹੁੰਦੇ ਸੀਗੇ। ਉਹਨੂੰ ਕਿਸੇ ਨੂੰ ਦੇਣਾ ਸੀਗਾ, ਇੰਟਰਸਟ ਵਗੈਰਾ ਦੇ ਦਿੰਦੇ ਸੀ, ਕਿਸੇ ਨੂੰ ਜ਼ਿਆਦਾ ਰੇਟ 'ਤੇ, ਕਿਸੇ ਨੂੰ ਘੱਟ ਰੇਟ 'ਤੇ। ਇਨ ਦਾ ਅਰਲੀ ਡੇਜ਼ ਦਾ ਬੈਂਕਰ ਯੂਜ਼ ਟੂ ਡੀਲ ਇਨ ਮਨੀ ਸਿਟਿੰਗ ਔਨ ਅ ਬੈਂਚ ਇਨ ਦਾ ਮਾਰਕੀਟ ਦੇ ਵਿੱਚ ਉਹ ਸਾਰੀ ਆਪਣੀ ਡੀਲ ਵਗੈਰਾ ਕਰਦੇ ਸੀਗੇ ਬੈਂਚ ਦੇ ਉੱਪਰ ਬੈਠ ਕੇ। ਠੀਕ ਹੈ, ਬਟ ਹੁਣ ਕੀ ਆਪਾਂ ਬੈਂਕ ਕੀ ਕਰਦੇ ਹਾਂ, ਬੈਂਕ ਨੂੰ ਪ੍ਰੋਪਰ ਤਰੀਕੇ ਨਾਲ ਆਪਾਂ ਆਪਣੀ ਮਨੀ ਸੇਵ ਕਰ ਸਕਦੇ ਹਾਂ। ਆਪਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈਗੀ, ਜਦੋਂ ਮਰਜ਼ੀ ਆਪਾਂ ਨੂੰ ਪੈਸੇ ਦੀ ਲੋੜ ਆ ਤਾਂ ਉੱਥੋਂ ਪ੍ਰੋਵਾਈਡ ਹੋ ਜਾਂਦਾ। ਤਾਂ ਕੀ ਹੈ, ਬਿਜ਼ਨਸ ਐਂਟਰਪ੍ਰਾਈਜ਼ ਜਨਰਲੀ ਪਰਚੇਜ਼ ਐਂਡ ਸੈਲ ਕੋਮੋਡਿਟੀਜ਼ ਵੇਅਰ ਐਜ਼ ਦਾ ਬੈਂਕ ਪਰਚੇਜ਼। ਬਿਜ਼ਨਸ ਜਿਹੜੇ ਆਪਣੇ ਐਂਟਰਪ੍ਰਾਈਜ਼ ਹੁੰਦਾ ਆਰਗੇਨਾਈਜੇਸ਼ਨ ਆਪਾਂ ਕਹਿ ਸਕਦੇ ਹਾਂ, ਸੰਸਥਾ। ਉਹ ਕੀ ਹੈ, ਜਿੱਥੇ ਕੋਮੋਡਿਟੀ ਹੁੰਦਾ ਗੁਡਸ, ਜਿਹੜੀਆਂ ਪਰਚੇਜ਼ ਐਂਡ ਸੈਲ ਕਰਦੀ ਹੈ, ਮਤਲਬ ਖਰੀਦਣ ਅਤੇ ਵੇਚਣ ਦਾ ਕੰਮ ਗੁਡਸ ਵਗੈਰਾ ਦਾ ਕਰਦੀ ਹੈ। ਅਤੇ ਉੱਥੇ ਕੀ ਹੈ, ਬੈਂਕ ਕੀ ਕਰਦੀ ਹੈ, ਪਰਚੇਜ਼ ਐਂਡ ਸੈਲ ਕੀ ਕਰਦੀ ਹੈ, ਦੋਨੋਂ ਤਰੀਕੇ ਨਾਲ ਹੀ ਆਪਣੇ ਤੋਂ ਲੈਂਦੀ ਵੀ ਹੈ ਅਤੇ ਦੂਸਰੇ ਪਰਸਨ ਨੂੰ ਦਿੰਦੀ ਵੀ ਹੈ। ਕੀ ਦਿੰਦੀ ਹੈ, ਮਨੀ। ਠੀਕ ਹੈ, ਇਹ ਗੁਡਸ ਦੀ ਗੱਲ ਹੋਈ ਸੀ ਬਿਜ਼ਨਸ ਦੇ ਵਿੱਚ, ਅਤੇ ਉੱਥੇ ਹੀ ਆਪਣੀ ਬੈਂਕ ਦੀ ਕਿਹਦੇ ਨਾਲ ਗੱਲ ਹੋਈ ਹੈ, ਮਨੀ ਦੇ ਨਾਲ। ਤਾਂ ਹੁਣ ਟਾਈਪਸ ਹੈ ਬੈਂਕ ਦੀਆਂ। ਫਸਟ ਆਪਣੇ ਕੋਲ ਕੀ ਹੈ, ਕਮਰਸ਼ੀਅਲ ਬੈਂਕ। ਇੰਪੋਰਟੈਂਟ ਹੈ ਟਾਈਪਸ ਆਫ ਬੈਂਕ। ਕਮਰਸ਼ੀਅਲ ਬੈਂਕ ਹੈ, ਕਮਰਸ਼ੀਅਲ ਬੈਂਕ ਦੇ ਵਿੱਚ ਕੀ ਹੈ, ਦ ਐਕਟੀਵਿਟੀ ਆਫ ਦਾ ਕਮਰਸ਼ੀਅਲ ਬੈਂਕਸ ਆਰ ਰੈਗੂਲੇਟਡ ਬਾਈ ਬੈਂਕਿੰਗ ਰੈਗੂਲੇਸ਼ਨ ਐਕਟ 1949। 1949 ਦੇ ਵਿੱਚ ਇਹ ਬੈਂਕ ਰੈਗੂਲੇਟਡ ਐਕਟ ਹੋਇਆ ਸੀਗਾ, ਜਿਹਦੇ ਵਿੱਚ ਕੀ ਹੈ, ਦਾ ਮੇਨ ਫੰਕਸ਼ਨਸ ਆਫ ਦੀਜ਼ ਬੈਂਕਸ। ਇਹਨਾਂ ਬੈਂਕ ਦਾ ਫੰਕਸ਼ਨ ਆਪਣੇ ਕੋਲ ਮੇਨ ਕੰਮ ਕੀ ਹੈ, ਆਪਾਂ ਪੈਸੇ ਅਸੈਪਟ ਐਂਡ ਡਿਪੋਜ਼ਿਟ ਐਂਡ ਗਰਾਂਟਿੰਗ ਲੋਨ ਫਰੋਮ ਕਮਰਸ਼ੀਅਲ ਪਰਪਜ਼ ਦੇ ਲਈ ਕੀਤੀ ਜਾਂਦੀ ਹੈ। ਠੀਕ ਹੈ, ਬਿਜ਼ਨਸ ਦੇ ਲਈ, ਜਿਵੇਂ ਆਪਾਂ ਕਹਿ ਦਈਏ ਮਤਲਬ ਆਪਾਂ ਨੂੰ ਲੋਨ ਵਗੈਰਾ ਪ੍ਰੋਵਾਈਡ ਹੋਣੇ ਉਹ ਈਜ਼ੀਲੀ ਹੋ ਜਾਂਦੀ ਹੈ। ਤਾਂ ਉਹ ਸਾਰੀ ਆਪਾਂ ਨੂੰ ਲੋਨ ਵਗੈਰਾ ਪ੍ਰੋਵਾਈਡ ਕਰਨ ਦੇ ਲਈ, ਪੈਸਾ ਜਮ੍ਹਾਂ ਕਰਵਾਉਣ ਦੇ ਲਈ, ਠੀਕ ਹੈ, ਇਹ ਸਾਰੀਆਂ ਚੀਜ਼ਾਂ ਲਈ ਆਪਾਂ ਕੀ ਯੂਜ਼ ਕੀਤੀ, ਕਮਰਸ਼ੀਅਲ ਬੈਂਕ। ਕਮਰਸ਼ੀਅਲ ਬੈਂਕ ਆਰ ਦਾ ਮਿਡਲ ਮੈਨ ਹੈ ਆਪਣੇ ਕੋਲੇ ਬਟਵੀਨ ਦਾ ਡਿਪੋਜ਼ਿਟਰ ਐਂਡ ਦਾ ਲੈਂਡਰਸ। ਜਿਹੜੇ ਉਧਾਰ ਵਾਲੇ ਆਪਾਂ ਅਤੇ ਡਿਪੋਜ਼ਿਟਰ ਆਪਾਂ ਪੈਸਾ ਜਮ੍ਹਾਂ ਕਰਵਾਉਂਦੇ ਉਹਨਾਂ ਦੇ ਵਿਚਕਾਰ ਇੱਕ ਕੰਮ ਕਰਦੀ ਹੈ। ਕਮਰਸ਼ੀਅਲ ਬੈਂਕ ਕੀ ਹੈ, ਮੀਟ ਦਾ ਸ਼ਾਰਟ ਟਰਮ ਨੀਡਸ ਆਫ ਦਾ ਬਿਜ਼ਨਸ। ਆਪਾਂ ਨੂੰ ਇਹ ਪ੍ਰੋਵਾਈਡ ਕਰਦੀ ਹੈ, ਠੀਕ ਹੈ, ਕਿਹੜੀਆਂ ਨੀਡਸ, ਸ਼ਾਰਟ ਟਰਮ ਨੀਡਸ, ਕਿ ਆਪਾਂ ਨੂੰ ਲੋਨ ਵਗੈਰਾ ਪ੍ਰੋਵਾਈਡ ਕਰਤੇ ਬਟ ਥੋੜ੍ਹੇ ਟਾਈਮ ਦੇ ਲਈ ਪ੍ਰੋਵਾਈਡ ਕਰਦੀ ਹੈ। ਇੱਕ ਹੁੰਦੀ ਹੈ ਸ਼ਾਰਟ ਟਰਮ, ਜਿੱਥੇ ਸ਼ਾਰਟ ਟਰਮ ਦੀ ਗੱਲ ਹੋਵੇ ਉਹਨੂੰ ਤੁਸੀਂ ਕੀ ਕਹਿ ਦੇਣਾ, ਹੈ ਤਾਂ ਥੋੜ੍ਹੇ ਟਾਈਮ ਲਈ, ਮੀਨਸ ਵਿਦਇਨ 1 ਈਅਰ ਦੇ ਵਿੱਚ ਆਪਾਂ ਚੀਜ਼ ਕਰਨੀ ਹੀ ਕਰਨੀ। ਠੀਕ ਹੈ,
ਤੇ ਆਪਣੇ ਕੋਲੇ ਜਿਹੜਾ ਕੀ ਹੈ ਲੌਂਗ ਪੀਰੀਅਡ ਹੈ, ਲੌਂਗ ਟਰਮ ਹੈ, ਉਹਨੂੰ ਆਪਾਂ ਲੰਮਾ ਟਾਈਮ ਤੱਕ ਕਹਿੰਦੇ ਹੈ ਕੀ ਹੈ ਮੋਰ ਦੈਨ 1 ਈਅਰ, ਮੋਰ ਦੈਨ 1 ਈਅਰ, ਠੀਕ ਹੈ, 1 ਸਾਲ ਤੋਂ ਜ਼ਿਆਦਾ ਲਈ। ਤੇ ਇਹ ਕੀ ਹੈ 1 ਸਾਲ ਤੱਕ ਹੀ ਆਪਾਂ ਨੂੰ ਲੋਨ ਵਗੈਰਾ ਜੋ ਪ੍ਰੋਵਾਈਡ ਕਰਦੀ ਹੈ ਤੇ ਆਪਣੀਆਂ ਨੀਡਸ ਨੂੰ ਕੰਪਲੀਟ ਕਰਦੀ ਹੈ। ਦ ਡਿਫਰੈਂਸ ਬਿਟਵੀਨ ਇੰਟਰਸਟ ਪੇਡ ਔਨ ਬੋਰਿੰਗ ਐਂਡ ਇੰਟਰਸਟ ਰਿਸੀਵ ਔਨ ਲੋਨਸ, ਜੋ ਵੀ ਡਿਫਰੈਂਸ ਆਪਣੇ ਕੋਲੇ ਹੁੰਦਾ ਵਾ, ਮਤਲਬ ਆਪਾਂ ਕਿੰਨਾ ਉਧਾਰ 'ਤੇ ਪੇ ਕੀਤਾ, ਕਿੰਨਾ ਉਧਾਰ 'ਤੇ ਦਿੱਤਾ ਅਤੇ ਕਿੰਨਾ ਆਪਾਂ ਲੋਨ ਦੇ ਉੱਪਰ ਰਿਸੀਵ ਕੀਤਾ, ਉਹਨੂੰ ਕੀ ਕਹਿੰਦੇ ਆਪਾਂ ਪ੍ਰੋਫਿਟ ਬੈਂਕ ਦਾ। ਠੀਕ ਹੈ, ਹੁਣ ਇਹ ਆਪਣਾ ਦੋ ਅੱਗੇ ਕਲਾਸੀਫਾਈ ਕੀਤਾ ਗਿਆ, ਪ੍ਰਾਈਵੇਟ ਅਤੇ ਪਬਲਿਕ। ਪਬਲਿਕ ਦੇ ਵਿੱਚ ਕੀ ਹੈ ਜਿਹੜਾ ਗਵਰਨਮੈਂਟ ਦਾ ਹੱਥ ਹੁੰਦਾ ਵਾ, ਠੀਕ ਹੈ, ਮਤਲਬ ਪਬਲਿਕ ਸੁਸਾਇਟੀ ਦੇ ਅਕੋਰਡਿੰਗ ਜੋ ਆਪਣਾ ਕਰਦਾ ਵਾ, ਉਹਦੇ ਵਿੱਚ ਕੀ ਹੈ ਗਵਰਨਮੈਂਟ ਕੀ ਹੈ ਜਿਹੜੀ ਕਿ ਮੋਰ ਦੈਨ 50% ਸ਼ੇਅਰ ਹੈਲਡ ਬਾਈ ਗਵਰਨਮੈਂਟ ਦੇ ਹੁੰਦੇ ਹੈ ਬੈਂਕਸ ਦੇ ਵਿੱਚ। ਦੀਜ਼ ਬੈਂਕਸ ਆਰ ਪ੍ਰਾਇਓਰਿਟੀ ਟੂ ਸਰਵਿਸਿਜ਼ ਐਜ਼ ਕੰਪੇਅਰ ਟੂ ਪ੍ਰੋਫਿਟ ਮੋਟਿਵ। ਪ੍ਰਾਇਓਰਿਟੀ ਹੁੰਦੀ ਹੈ ਫਸਟ ਪ੍ਰੈਫਰੈਂਸ ਦੇਣੀ, ਕਿਹਨੂੰ ਦਿੰਦੇ ਆ ਇਹ ਬੈਂਕ ਨੂੰ, ਮਤਲਬ ਬੈਂਕ ਨੂੰ ਆਪਣਾ ਕੀ ਹੈ ਦੀਜ਼ ਬੈਂਕ ਗਿਵ ਪ੍ਰਾਇਓਰਿਟੀ ਟੂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਐਜ਼ ਕੰਪੇਅਰ ਟੂ ਵੀ ਪ੍ਰੋਫਿਟ ਮੋਟਿਵ ਨਹੀਂ ਇਹਨਾਂ ਦਾ ਮੇਨ ਹੁੰਦਾ, ਜਿੱਦਾਂ ਬੈਂਕ ਆਫ ਬਰੋਡਾ, SBI। ਨੈਕਸਟ ਹੈ ਪ੍ਰਾਈਵੇਟ ਸੈਕਟਰ। ਪ੍ਰਾਈਵੇਟ ਸੈਕਟਰ ਕਿਹੜੇ ਹੁੰਦੇ ਆ, ਉਹ ਹੁੰਦੇ ਆ ਜਿਹੜੇ ਇੰਡੀਵਿਜੂਅਲਸ ਮੈਨੇਜ ਕਰਦੇ ਹੈ। ਜਿਵੇਂ ਆਪਾਂ ਇਹਨਾਂ ਦਾ ਮੇਨ ਪ੍ਰਾਇਓਰਿਟੀ ਕੀ ਹੁੰਦੀ ਹੈ, ਫਸਟ ਪ੍ਰੈਫਰੈਂਸ ਇਹਨਾਂ ਦਾ ਇਹ ਹੁੰਦਾ ਕਿ ਪ੍ਰੋਫਿਟ ਅਰਨ ਕਰਨਾ, ਜਿੱਦਾਂ ਐਕਸਿਸ ਬੈਂਕ ਐਂਡ HDFC। ਪਬਲਿਕ ਦੇ ਵਿੱਚ ਮੇਨ ਆਪਣਾ ਪ੍ਰੋਫਿਟ ਹੁੰਦਾ ਕਿ ਦੂਸਰਿਆਂ ਨੂੰ ਸਰਵਿਸਿਜ਼ ਪ੍ਰੋਵਾਈਡ ਕਰਨੀਆਂ, ਪ੍ਰਾਈਵੇਟ ਦੇ ਵਿੱਚ ਹੁੰਦਾ ਆਪਾਂ ਨੂੰ ਆਪ ਨੂੰ ਸਰਵਿਸਿਜ਼ ਮਿਲ ਜੇ। ਸੈਕਿੰਡ ਹੈ ਇੰਡਸਟਰੀਅਲ ਬੈਂਕ। ਇੰਡਸਟਰੀਅਲ ਉਹ ਹੁੰਦੀ ਹੈ ਜਿਹੜੀ ਇੰਡਸਟਰੀ ਦੇ ਲਈ ਆਪਾਂ ਕੰਮ ਵਗੈਰਾ ਕਹਿ ਦਿੰਦੇ ਹਾਂ, ਠੀਕ ਹੈ। ਇਹਦੇ ਵਿੱਚ ਕੀ ਆਪਾਂ ਕਹਿ ਸਕਦੇ ਹਾਂ ਕਿ ਲੌਂਗ ਟਰਮ ਦੇ ਲੋਨ ਆਪਾਂ ਨੂੰ ਪ੍ਰੋਵਾਈਡ ਹੁੰਦੇ ਆ ਜਿੰਨੇ ਵੀ ਹੈਗੇ ਆ। ਤਾਂ ਲੌਂਗ ਟਰਮ ਦੇ ਲੋਨਸ ਮਤਲਬ ਕੀ ਹੈ ਮੋਰ ਦੈਨ 1 ਈਅਰ। ਦੀਸ ਬੈਂਕ ਰੇਜ਼ ਲੌਂਗ ਟਰਮ ਡਿਪੋਜ਼ਿਟਡ ਬਾਈ ਇਸ਼ੂਇੰਗ ਸ਼ੇਅਰ ਐਂਡ ਡਿਬੈਂਚਰ ਟੂ ਜਨਰਲ ਪਬਲਿਕ। ਆਪਾਂ ਨੂੰ ਇੱਕ ਡਿਬੈਂਚਰ ਹੁੰਦਾ ਕਿ ਲੋਨ ਵਗੈਰਾ ਜੋ ਸਰਟੀਫਿਕੇਟ ਨਹੀਂ ਹੁੰਦੇ ਲੋਨ ਵਗੈਰਾ ਦੇ ਪ੍ਰੋਵਾਈਡ, ਉਹ ਸਾਰੇ ਆਪਾਂ ਨੂੰ ਆਮ ਪਬਲਿਕ ਨੂੰ ਪ੍ਰੋਵਾਈਡ ਕਰ ਦਿੰਦੀ ਹੈ, ਜਿੱਦਾਂ ਲੌਂਗ ਟਰਮ ਲੋਨ ਟੂ ਇੰਡਸਟਰੀ ਫੋਰ ਪਰਚੇਜ਼ ਆਫ ਫਿਕਸਡ ਐਸਿਡ, ਠੀਕ ਹੈ, ਫਿਕਸਡ ਐਸਿਡ ਦੇ ਲਈ ਉਹਨਾਂ ਨੂੰ ਪ੍ਰੋਵਾਈਡ ਕੀਤੇ ਤਾਂ ਫੋਰ ਦਾ ਪਰਪਜ਼ ਆਫ ਐਕਸਪੈਂਸ਼ਨ, ਤਾਂ ਕਿ ਬਿਜ਼ਨਸ ਦੀ ਜ਼ਿਆਦਾ ਤੋਂ ਜ਼ਿਆਦਾ ਗਰੋਥ ਹੋਵੇ। ਟੂ ਪ੍ਰਮੋਟ ਨਿਊ ਇੰਡਸਟਰੀਅਲ ਕੰਸਰਨ, ਤਾਂ ਕਰਕੇ ਆਪਾਂ ਨੂੰ ਲੈਣਾ ਪੈਂਦਾ ਵਾ ਜਿੰਨਾ ਵੀ ਪੈਸਾ ਵਗੈਰਾ। ਨੈਕਸਟ ਐਕਸਚੇਂਜ ਬੈਂਕ। ਐਕਸਚੇਂਜ ਹੁੰਦੀ ਹੈ ਕਿ ਆਪਾਂ ਇੱਕ ਜਗ੍ਹਾ ਦੂਸਰੀ ਜਗ੍ਹਾ ਕੋਈ ਚੀਜ਼ ਟ੍ਰਾਂਸਫਰ ਕਰਨੀ, ਐਕਸਚੇਂਜ ਕਰਨੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ, ਠੀਕ ਹੈ। ਤਾਂ ਫਾਈਨਾਂਸ ਆਪਣਾ ਕੀ ਹੈ ਆਪਾਂ ਚੇਂਜ ਕਰਦੇ ਰਹਿੰਦੇ ਹਾਂ, ਡੋਮੈਸਟਿਕ ਟ੍ਰੇਡ ਐਜ਼ ਵੈਲ ਐਜ਼ ਫੋਰਨ ਟ੍ਰੇਡ, ਠੀਕ ਹੈ। ਫੋਰਨ ਟ੍ਰੇਡ ਦੇ ਵਿੱਚ ਵੀ ਆਪਾਂ ਜਿਹੜਾ ਪੈਸਾ ਵਾ ਆਪਣਾ ਟ੍ਰਾਂਸਫਰ ਕਰਦੇ ਰਹਿੰਦੇ ਹਾਂ। ਜਿੱਦਾਂ ਆਪਾਂ ਐਕਸਪੋਰਟ ਇੰਪੋਰਟ ਦੀ ਗੱਲ ਕਰੀਏ, ਇਹਦੇ ਵਿੱਚ ਐਕਸਪੋਰਟ ਇੰਪੋਰਟ ਦੀਆਂ ਆਪਾਂ ਨੂੰ ਜਿਹੜੀਆਂ ਸਰਵਿਸਿਜ਼ ਹੈ ਮਿਲਦੀਆਂ ਵਾ, ਜਿਵੇਂ ਆਜ਼ਾਦ ਤੇ ਨਿਰਜਾਤ ਹੁੰਦੀ ਹੈ ਨਾ ਕਿ ਆਪਾਂ ਸਮਾਨ ਮੰਗਵਾ ਲਿਆ ਅਤੇ ਭੇਜਤਾ, ਉਹ ਸਰਵਿਸਿਜ਼ ਆਪਾਂ ਨੂੰ ਪ੍ਰੋਵਾਈਡ ਹੁੰਦੀਆਂ ਵਾ। ਨੈਕਸਟ ਹੈ ਐਗਰੀਕਲਚਰ ਬੈਂਕ। ਐਗਰੀਕਲਚਰ ਮਤਲਬ ਖੇਤੀਬਾੜੀ ਵਾਲਾ, ਉਹਦੇ ਲਈ ਆਪਾਂ ਨੂੰ ਅਗਰ ਕੋਈ ਪੈਸੇ ਵਗੈਰਾ ਆਪਾਂ ਨੂੰ ਚਾਹੀਦੀ ਹੈ ਕੋਈ ਸਰਵਿਸਿਜ਼, ਉਹ ਪ੍ਰੋਵਾਈਡ ਕਰਦੀ ਹੈ। ਆਪਾਂ ਲੋਨ ਵਗੈਰਾ ਈਜ਼ੀਲੀ ਲੈ ਸਕਦੇ ਹਾਂ, ਲੌਂਗ ਟਰਮ ਦੇ ਹੁੰਦੇ ਆ, ਜਿਹੜੇ ਫਾਰਮਰਸ ਕਿਸਾਨਾਂ ਨੂੰ ਲੋਨ ਵਗੈਰਾ ਚਾਹੀਦੇ ਹੁੰਦੇ ਆ ਉਹਨਾਂ ਨੂੰ ਇਹ ਪ੍ਰੋਵਾਈਡ ਕਰਦੀ ਹੈ ਬੈਂਕ। ਦ ਮੇਜਰ ਫੰਕਸ਼ਨ ਆਫ ਐਗਰੀਕਲਚਰ ਬੈਂਕ ਇਜ਼ ਟੂ ਗ੍ਰਾਂਟ ਲੌਂਗ ਟਰਮ ਲੋਨਸ ਟੂ ਫਾਰਮਰ ਫੋਰ ਪਰਚੇਜ਼ ਆਫ ਐਗਰੀਕਲਚਰ ਇਕਵਿਪਮੈਂਟ ਹੁੰਦਾ ਜੋ ਵੀ ਉਹਨਾਂ ਨੇ ਔਜ਼ਾਰ ਵਗੈਰਾ, ਜਿੱਦਾਂ ਆਪਾਂ ਕਹਿ ਦਈਏ ਮਸ਼ੀਨਰੀ ਵਗੈਰਾ ਖਰੀਦਣੀ ਹੈ, ਠੀਕ ਹੈ, ਕੰਮ ਨੂੰ ਕਰਨ ਦੇ ਲਈ, ਤਾਂ ਉਹ ਸਾਰੀਆਂ ਉਹਨਾਂ ਨੂੰ ਕੀ ਪ੍ਰੋਵਾਈਡ ਕਰ ਦਿੰਦੀ ਹੈ, ਲੋਨ ਪ੍ਰੋਵਾਈਡ ਕਰ ਦਿੰਦੇ ਲੰਮੇ ਟਾਈਮ ਤੱਕ, ਤਾਂ ਕਿ ਆਪਣੀਆਂ ਨੀਡਸ ਨੂੰ ਪੂਰੀਆਂ ਕਰ ਸਕੇ। ਪਰ ਉਹਦੇ ਲਈ ਕੀ ਹੈ ਫਾਰਮਰਸ ਕੀ ਆਰ ਗ੍ਰਾਂਟਡ ਲੋਨਸ ਅਗੇਂਸਟ ਸਿਕਿਉਰਿਟੀ ਆਫ ਦੇਅਰ ਲੈਂਡ। ਆਪਣੀ ਲੈਂਡ ਨੂੰ ਸਿਕਿਉਰਿਟੀ, ਜਿਵੇਂ ਆਪਾਂ ਗਿਰਵੀ ਨਹੀਂ ਕਹਿ ਦਿੰਦੇ ਕਿ ਗਿਰਵੀ ਰੱਖਣੀ ਪੈਂਦੀ ਹੈ ਕੋਈ ਚੀਜ਼, ਤਾਂ ਉਹ ਰੱਖਣੀ ਪੈਂਦੀ ਹੈ, ਮੋਰਟੇਜ ਰੱਖਣਾ ਪੈਂਦਾ ਵਾ। ਨੈਕਸਟ ਹੈ ਸੇਵਿੰਗ ਬੈਂਕ। ਬੈਂਕ ਹੈ ਸੇਵਿੰਗ, ਆਪਾਂ ਆਪਣੇ ਛੋਟੇ ਆਪਣੀਆਂ ਲੋਕਾਂ ਨੂੰ ਕਹਿੰਦੇ ਕਿ ਤੁਸੀਂ ਸੇਵ ਕਰੋ, ਠੀਕ ਹੈ, ਜਿਹਦੇ ਵਿੱਚ ਕੀ ਹੈ ਬਟ ਕੀ ਹੈ ਦੇ ਡੂ ਨਾਟ ਗ੍ਰਾਂਟ ਲੋਨਸ। ਆਪਾਂ ਸਿਰਫ ਪੈਸੇ ਆਪਾਂ ਇਹਦੇ ਵਿੱਚ ਛੋਟੀ ਮੋਟੀ ਜਿਹੜੀ ਸੇਵਿੰਗ ਹੁੰਦੀ ਹੈ, ਪਰ ਉਹਦੇ ਉੱਪਰ ਆਪਾਂ ਨੂੰ ਲੋਨਸ ਵਗੈਰਾ ਨਹੀਂ ਪ੍ਰੋਵਾਈਡ ਹੁੰਦੇ। ਨੈਕਸਟ ਹੈ ਸੈਂਟਰਲ ਬੈਂਕ। ਸੈਂਟਰਲ ਬੈਂਕ ਕੀ ਹੈ, ਇਹ ਸਾਰੀ ਦੀ ਸਾਰੀ ਪੂਰੀ ਬੈਂਕ ਆਪਣੀ ਇੰਡੀਆ ਨੂੰ ਆਪਾਂ ਕਹਿ ਦਈਏ ਮਨੀ ਵਗੈਰਾ ਪ੍ਰੋਵਾਈਡ ਕਰਦੀ ਹੈ। ਸੈਂਟਰਲ ਬੈਂਕ ਰੈਗੂਲੇਟ ਦਾ ਮੋਨੇਟਰੀ ਸਿਸਟਮ। ਸੈਂਟਰਲ ਬੈਂਕ ਹੀ ਰੈਗੂਲੇਟ ਕਰਦੀ ਹੈ, ਰੈਗੂਲੇਟ ਹੁੰਦਾ ਲਾਗੂ ਕਰਨਾ, ਕਿਹਨੂੰ ਕਰਦੀ ਹੈ ਮੋਨੇਟਰੀ ਨੂੰ, ਮਨੀ ਟਰਮਸ ਨੂੰ ਕਰਦੀ ਹੈ ਕੰਟਰੀ ਦੇ ਵਿੱਚ। ਐਂਡ ਟੇਕ ਸਟੈਪ ਟੂ ਸਟਰੈਂਥ ਦਾ ਬੈਂਕਿੰਗ ਸਟਰਕਚਰ, ਉਹ ਸਾਰਾ ਦੇਖਦੀ ਹੈ। ਇਹ ਟੂ ਡਾਇਰੈਕਟ ਐਂਡ ਕੰਟਰੋਲ ਦਾ ਫੰਕਸ਼ਨਿੰਗ ਆਫ ਕਮਰਸ਼ੀਅਲ ਬੈਂਕ ਐਂਡ ਇਨਫੋਰਸ ਮੋਨੇਟਰੀ ਡਿਸਿਪਲਿਨ ਇਨ ਦਾ ਕੰਟਰੀ। ਤੇ ਕੀ ਲੈ ਕੇ ਆਉਂਦੀ ਹੈ ਡਿਸਿਪਲਿਨ ਪ੍ਰੋਪਰ ਤਰੀਕੇ ਨਾਲ। ਅਤੇ ਜਿਹੜਾ ਕਮਰਸ਼ੀਅਲ ਬੈਂਕ ਦਾ ਹੁੰਦਾ ਵਾ, ਕਮਰਸ਼ੀਅਲ ਬੈਂਕ ਜਿਵੇਂ ਆਪਾਂ ਨੂੰ ਲੋਨ ਵਗੈਰਾ ਅਲੱਗ-ਅਲੱਗ ਤਰੀਕੇ ਨਾਲ ਪ੍ਰੋਵਾਈਡ ਕਰਦੇ ਆ। ਕਮਰਸ਼ੀਅਲ ਬੈਂਕ ਤਾਂ ਹੁੰਦੇ ਆ ਥੋੜ੍ਹੇ ਟਰਮ ਦੀਆਂ ਆਪਣੀਆਂ ਨੀਡਸ ਹੁੰਦੀਆਂ ਵਾ ਉਹਨਾਂ ਨੂੰ ਪ੍ਰੋਵਾਈਡ ਕਰਨ ਦੇ ਲਈ, ਤਾਂ ਉਹ ਸਾਰਾ ਇਹਨੂੰ ਕੌਣ ਕੰਟਰੋਲ ਕਰਦਾ ਵਾ